तो ये हैं माता प्रीतम कौर जी, जो किला दरहाल लाम के रहने वाले हैं। तो इन्होंने 1947 में जो कुछ किया था वो आप भी सुनकर एक बार ज़रूर इनको सल्यूट करेंगे, क्योंकि जब जंग लगी, दो देशों का बंटवारा हुआ, तो यही माता प्रीतम कौर 16 वर्ष की आयु में दुश्मन के साथ जंग लड़ी और उनको जहाँ से खदेड़ने में कामयाब। माता जी, जो सूबेदार रंजीत सिंह थे वो कौन थे, कौन सन? क्या क्या उन्होंने क्या किया इथे वास्ते? सब जिला पेंशन आए न, सबको औरतों को सिखलाई दी थी, ऐसे दुश्मन को मारना, ऐसे जा जावे तो छपूना, ये सिखलाई उन्होंने दी थी सबनों को। जिस तरीके से आप सुन रहे हैं कि सूबेदार रंजीत सिंह की बात जो कर रहे हैं जी माता प्रीतम कौर, क्योंकि 95 साल की उम्र हो चुकी है, लेकिन अब भी इनकी जो जहदाश्त है वो वैसी की वैसी है। आपने देखा है कि 95 साल बहुत ज़्यादा उम्र होती है। अपने पैरों पे चल करके ये उस स्थान पर आज गए थे, जो स्थान 1947 26 अक्टूबर में उनके संस्कार किए गए थे, और वहाँ पर आज जाके नतमस्तक हुए और उन शहीदों को इनके द्वारा सैल्यूट किया गया और श्रद्धांजलि दी गई माता प्रीतम कौर के द्वारा। जी चाची पी कौर जी, जो कि 47 ਦੇ ਵਿੱਚ ਉਸ ਵੇਲੇ ਤਕਰੀਬਨ 15-16 ਸਾਲ ਉਮਰ ਸੀ ਇਹਨਾਂ ਦੀ। ਇਹਨਾਂ ਆਪਣੀ ਅੱਖੀ ਸਭ ਕੁਝ ਦੇਖਿਆ ਹੈ। ਇਹ ਤੁਹਾਨੂੰ ਦੱਸਣਗੇ ਵੀ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸਨ ਤੇ ਕੀ ਹੋਇਆ ਸੀ। ਸਾਕਾ ਸਰੇ ਦਾ ਸੋਹਣ ਸਿੰਘ, ਰਾਮ ਸਿੰਘ, ਹੁਕਮ ਸਿੰਘ, ਸਚਾਨ ਸਿੰਘ, तुसा ने अपनी अखी देखना दृश्य, अपनी आँखी देखे ना सब कोल हुकुम सिंह किले विच बेचारे नी डेथ होई सी। उथे जीने आंदे जेले उन्होंने सुनिया भाई बड़ा भरा मारिया गया सरदार राम सिंह, ऐसे एतवार दा बादशाह निकली आ उन्होंने। ਦੇ ਪਤੀ ਵੀ 47 ਵਿੱਚ ਸ਼ਹੀਦ ਅਜੀਤ ਸਿੰਘ ਜੀ ਉਸ ਵਕਤ ਮਹਾਰਾਜੇ ਦੀ ਫੌਜ ਵਿੱਚ ਗਲਗਿਤ ਸਨ। ਉੱਥੇ ਗਲਗਿਤ ਜਿਸ ਵੇਲੇ ਦੁਸ਼ਮਣ ਉੱਥੇ ਬਾਗੀ ਹੋ ਗਈ, ਉਹਨਾਂ ਨਾਲ ਜੰਗ ਕਰਦਿਆਂ ਸਕੇ ਭਰਾ ਦੋਵੇਂ ਸਨ ਇੱਕੋ ਯੂਨਿਟ ਵੀ, ਸਰਦਾਰ ਜੀਤ ਸਿੰਘ ਤੇ ਸਰਦਾਰ ਮੁਨਸ਼ਾ ਸਿੰਘ ਦੋ ਸਕੇ ਭਰਾ ਆਏ ਸਨ, ਨਾਲ ਸਰਦਾਰ ਪ੍ਰਤਾਪ ਸਿੰਘ, ਨਾਲ ਦਿਦਾਰ ਸਿੰਘ, ਸਰਦਾਰ ਪ੍ਰਤਾਪ ਸਿੰਘ ਜੋ ਸ਼ਹੀਦ ਸਰਦਾਰ ਰਾਮ ਸਿੰਘ ਦੇ ਵੱਡੇ ਲੜਕੇ ਸਨ, ਉਹ ਵੀ ਉੱਥੇ ਗਲਗਿਤ ਸ਼ਹੀਦ ਹੋਏ। ਕਿਉਂਕਿ ਇਹ ਸਾਰਾ ਪਰਿਵਾਰ ਸ਼ਹੀਦਾਂ ਦਾ ਹੈ, ਸ਼ਹੀਦਾਂ ਦਾ ਹੀ ਅੱਗੇ ਪਰਿਵਾਰ ਚੱਲ ਰਿਹਾ ਹੈ, ਔਰ ਇਸ ਇਲਾਕੇ ਦੀ ਬਹੁਤ ਵੱਡੀ ਕੁਰਬਾਨੀ ਹੈ। ਅਸੀਂ ਅਪੀਲ ਕਰਦੇ ਹਾਂ ਇੰਡੀਆ ਗੌਰਮੈਂਟ ਅੱਗੇ, ਹਿੰਦੁਸਤਾਨ ਦੀ ਗੌਰਮੈਂਟ ਅੱਗੇ, ਕਿ ਅਗਰ ਅੱਜ ਕੋਈ ਸ਼ਹੀਦ ਆਉਂਦਾ ਹੈ ਤਾਂ ਉਸ ਨੂੰ ਕਰੋੜ ਰੁਪਇਆ ਤੇ ਨੌਕਰੀਆਂ ਤੇ ਬੜਾ ਕੁਝ ਪੰਪ, ਪੈਟਰੋਲ ਪੰਪ ਵਗੈਰਾ ਮਿਲਦੇ ਹਨ, ਲੇਕਿਨ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ ਇਹਨਾਂ ਨੂੰ ਗੌਰਮੈਂਟ ਨੇ ਪੁੱਛਿਆ ਤੱਕ ਨਹੀਂ ਆ ਕੇ ਕਿ ਭਾਈ ਦੱਸੋ ਤੁਹਾਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈ, ਤੁਹਾਡਾ ਕਿਸ ਤਰ੍ਹਾਂ ਗੁਜ਼ਾਰਾ ਹੋ ਗਿਆ, ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਦੇਸ਼ ਨੂੰ ਬਚਾਉਂਦੇ ਹੋਇਆਂ ਕੁਰਬਾਨੀ ਦੇ ਦਿੱਤੀ। ਇਹ ਉਹ ਕਿਲਾ ਦਰਾਲ ਦਾ ਪਰਿਵਾਰ ਹੈ, ਸੂਬੇਦਾਰ ਰਣਜੀਤ ਸਿੰਘ ਦਾ ਪਰਿਵਾਰ ਹੈ। ਸੂਬੇਦਾਰ ਰਣਜੀਤ ਸਿੰਘ ਜਿਸ ਨੇ ਇਸ ਇਲਾਕੇ ਨੂੰ ਆਪਣੀ ਗੁਰੀਲਾ ਫੋਰਸ ਬਣਾ ਕੇ ਤੇ ਇਸ ਇਲਾਕੇ ਨੂੰ ਬਚਾਇਆ ਸੀ। ਸੂਬੇਦਾਰ ਰਣਜੀਤ ਸਿੰਘ ਇੱਕ ਉਹ ਸ਼ਖਸੀਅਤ ਸੀ ਜਿਹਨੇ ਕਿ ਸੈਕੰਡ ਵਰਲਡ ਵਾਰ ਜੰਗ ਲੜ ਕੇ ਆਏ ਤੇ ਇੱਥੇ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਆਪਣਾ ਹੀ ਗੁਰੀਲਾ ਫੋਰਸ ਬਣਾ ਕੇ ਤੇ ਇੱਥੇ ਜੰਗ ਲੜੀ। ਉਹ ਗੁਰੀਲਾ ਫੋਰਸ ਬਾਅਦ ਵਿੱਚ ਜੰਮੂ ਕਸ਼ਮੀਰ ਮਲੇਸ਼ੀਆ ਬਣੀ, ਜਿਹੜੀ ਅੱਜ ਕੱਲ ਜੈਕਲਾਈ ਬਣੀ ਹੋਈ ਹੈ। ਇਹ JNK ਹੈ। ਉਹ ਇਹ ਸਰਦਾਰ ਸੂਬੇਦਾਰ ਰਣਜੀਤ ਸਿੰਘ ਦੀ ਫਾਊਂਡੇਸ਼ਨ ਜਿਹੜੇ ਗੁਰੀਲਾ ਫੋਰਸ ਦੇ ਉਹ ਹਨ, ਮਲੇਸ਼ੀਆ ਦੇ ਉਹ ਹਨ, ਜਿਨ੍ਹਾਂ ਨੂੰ ਨੰਬਰ ਵੀ 911500 ਨੰਬਰ ਉਹਨਾਂ ਤੋਂ ਸਟਾਰਟ ਹੁੰਦਾ ਹੈ। ਜੋ ਤੁਸੀਂ ਇਹ ਮਕਾਨ ਦੇਖ ਰਹੇ ਹੋ, ਇਹ 1947 ਦੇ ਵਿੱਚ ਇਹ ਕੱਚੇ ਮਕਾਨ ਹਨ ਅਜੇ ਤੱਕ। ਇਹ ਸਿਰਫ ਯਾਦ ਹੈ ਉਹਨਾਂ ਦੀ, ਕਿਉਂਕਿ ਅੱਜ ਕੱਲ੍ਹ ਇਹ ਜ਼ਿਆਦਾਤਰ ਲੋਕ ਜਿਹੜੇ ਇੱਥੋਂ ਪਲਾਇਨ ਕਰਕੇ ਦੂਜੀਆਂ ਜਗ੍ਹਾ 'ਤੇ ਚਲੇ ਗਏ ਹਨ, ਪਰ ਜਿਹੜੇ ਮਕਾਨ ਹਨ ਅਜੇ ਖੜੇ ਹਨ ਉਸੇ ਜਗ੍ਹਾ 'ਤੇ, ਤੇ ਕੱਚੇ ਮਕਾਨ ਉਸੇ ਤਰ੍ਹਾਂ ਦਿਸ ਰਹੇ ਹਨ। ਇਹ ਜਿਹੜਾ ਹੈ ਸਾਨੂੰ ਉਹ 1947 ਦਾ ਰਹਿਣ ਸਹਿਣ ਦੀ ਇਹ ਯਾਦ ਦਿਲਾਉਂਦਾ ਹੈ ਵੀ ਕਿਸ ਤਰ੍ਹਾਂ ਲੋਕ ਉਸ ਵੇਲੇ, ਭਾਵੇਂ ਜੀਵਨ ਉਹਨਾਂ ਦਾ ਬੜਾ ਸਿੰਪਲ ਸੀ ਪਰ ਸੋਚ ਬੜੀ ਉੱਚੀ ਸੀ, ਔਰ ਉੱਚੀ ਸੋਚ ਕਰਕੇ ਹੀ ਉਹਨਾਂ ਨੇ ਇੱਕ ਬੜੇ ਉੱਚੇ ਵਿਚਾਰ ਕਰਕੇ ਇੰਨੇ ਵੱਡੀਆਂ ਜੰਗਾਂ ਲੜੀਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ ਜੀ। जो आप सुन रहे थे और देख रहे थे कि जो माता प्रीतम कौर जी हैं यहीं पर रहते थे, वो यहीं पर उनका जीवन गुजरा, यहीं से उन्होंने जंग की तैयारी की
और यहीं पर उन्होंने सीख करके जंग की 1947 की। यही इनके मकान थे। यही बताया जा रहा है कि ये कच्चे मकान थे उस वक्त, अभी भी ये वैसे के वैसे ही हैं। इन्होंने सिर्फ एक निशानी के तौर पर ये मकान रखे हुए हैं। और माता प्रीतम कौर जी जो लगभग उम्र है जो इनकी 95 साल के हो चुके हैं, लेकिन उस वक्त यही कहा जा रहा है कि इनकी उम्र थी 16 वर्ष। और 16 वर्ष की उम्र में एक बहुत बड़ा इन्होंने पदवी हासिल की और जंग लड़ी। जंग लड़ के इन्होंने इस इलाके को बचाया। जो आज 26 तारीख को शहीदों के स्थान पर निशान साहिब चढ़ाए गए, आपने देखा है पीछे। और ये हैं वो माता प्रीतम कौर जो कैमरे में आप देख रहे हैं, जिन्होंने 1947 में आर्मी की वर्दी डालकर, हाथ में बंदूक पकड़कर इन्होंने एक महान जंग लड़ी और दुश्मन को मार मकाया और दुश्मन के साथ मुकाबला किया। ये हैं वो जिंदी जागती मसाल। ये हैं वो माता प्रीतम कौर जी जो अभी भी इस दुनिया में जिंदा हैं और इनका जिंदा जागती जो मसाल है वो कायम है। माता जी, जो सूबेदार रंजीत सिंह थे वो कौन थे, कौन सन? जेठ सी हाँ, जेठ क्या क्या उन्होंने क्या किया इथे वास्ते? सब जिला पेंशन आए न, सबको औरतों को सिखलाई दी थी। ऐसे दुश्मन को मारना, ऐसे जा जावे तो छपूना, ये सिखलाई उन्होंने दी थी सबनों को। जिस तरीके से आप सुन रहे हैं कि सूबेदार रंजीत सिंह की बात जो कर रहे हैं जी माता प्रीतम कौर, क्योंकि 95 साल की उम्र हो चुकी है, लेकिन अब भी इनकी जो जहदाश्त है वो वैसी की वैसी है। आपने देखा है कि 95 साल बहुत ज़्यादा उम्र होती है। अपने पैरों पे चल करके ये उस स्थान पर आज गए थे जो स्थान 1900 के संस्कार किए गए थे, और वहाँ पर आज जाके नतमस्तक हुए और उन शहीदों को इनके द्वारा सैल्यूट किया गया और श्रद्धांजलि दी गई माता प्रीतम कौर के द्वारा।